ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਤੇਰੇ ਨਾਮ ਨੂੰ ਆਦਰ, ਮਾਨ ਅਤੇ ਸਨਮਾਨ ਦਿੰਦੇ ਹੋਏ ਤੇਰੇ ਵਚਨ ਦੀ ਪਰਮੇਸ਼ਰ ਪਿਤਾ ਗਹਿਰਾਈ ਨੂੰ ਜਾਣਨ ਦੇ ਲਈ ਅਸੀਂ ਤੇਰੇ ਕੋਲ ਆਉਂਦੇ ਹਾਂ, ਕਿਉਂਕਿ ਇਸ ਗਹਿਰਾਈ ਨੂੰ ਤੇਰੇ ਆਤਮਾ ਦੇ ਵਜੋਂ ਅਸੀਂ ਨਹੀਂ ਸਮਝ ਸਕਦੇ, ਨਾ ਅਸੀਂ ਉਸ ਦੀ ਤਹਿ ਤੱਕ ਜਾ ਸਕਦੇ। ਸਾਨੂੰ ਆਪਣੇ ਆਤਮਾ ਦੀ ਸਮਝ ਅਤੇ ਬੁੱਧ ਅਤੇ ਗਿਆਨ ਦੇ ਨਾਲ ਆਪ ਦੇ ਭੇਤਾਂ ਨੂੰ ਸਿੱਖਣ ਅਤੇ ਸਮਝਾਉਣ ਦੇ ਵਿੱਚ ਸਾਡੀ ਮਦਦ ਕਰ, ਤਾਂ ਕਿ ਹਰ ਇੱਕ ਵਿਅਕਤੀ ਜੋ ਤੇਰੇ ਨਾਲ ਹਿੱਤ ਕਰਦਾ ਹੈ, ਜੋ ਤੇਰੀ ਭਾਲ ਕਰਦਾ ਹੈ, ਉਹ ਤੇਰੀ ਸੱਚਾਈ ਨੂੰ ਸਮਝ ਕੇ ਤੇਰੇ ਵਿੱਚ ਚੱਲ ਕੇ ਤੇਰੇ ਨਾਮ ਨੂੰ ਉੱਚਾ ਕਰ ਸਕੇ ਅਤੇ ਜਿਉਂਦੀ ਆਸ ਦੇ ਵਿੱਚ ਤੇਰੇ ਨਾਲ ਪਾਇਆ ਜਾ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਹ ਬੇਨਤੀ ਆਪ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਿਸ਼ਾ ਲਿਆ ਹੈ, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ, ਉਹ ਲਿਆ ਹੈ ਰੋਮੀਆਂ ਦੀ ਪੁਸਤਕ, ਉਸ ਦਾ 12 ਅਧਿਆਏ, ਉਸ ਦੀ 1 ਆਇਤ ਤੋਂ। ਇੱਥੇ ਲਿਖਿਆ ਹੈ, ਸੋ ਹੇ ਭਰਾਵੋ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀਆਂ ਦਈਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਓ। ਇਹ ਤੁਹਾਡੀ ਰੂਹਾਨੀ ਬੰਦਗੀ ਹੈ। ਪਿਆਰੇ ਅਜ਼ੀਜ਼, ਇਸ ਖੰਡ ਦਾ ਜੋ ਵਿਸ਼ਾ ਮੈਂ ਲਿਆ ਹੈ, ਜੋ ਮੈਨੂੰ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਰਾਹੀਂ ਦੱਸਿਆ ਹੈ, ਉਹ ਹੈ ਖੁਸ਼ੀ ਨਾਲ ਸਵੈ ਇੱਛਾ ਵਿੱਚ ਪਰਮੇਸ਼ਵਰ ਨੂੰ ਦੇਣਾ। ਖੁਸ਼ੀ ਨਾਲ ਸਵੈ ਇੱਛਾ ਦੇ ਵਿੱਚ ਪਰਮੇਸ਼ਵਰ ਨੂੰ ਦੇਣਾ। ਇਹ ਵਿਸ਼ਾ ਮੇਰੇ ਜੀਵਨ ਦੇ ਵਿੱਚ ਮੈਂ ਪਿਛਲੇ ਕੁਝ ਹਫ਼ਤਿਆਂ ਤੋਂ ਕਈ ਪਿੰਡਾਂ ਦੇ ਵਿੱਚ ਜਾ ਕੇ ਪਰਮੇਸ਼ਰ ਦੀ ਬਾਣੀ ਨੂੰ ਵੰਡ ਰਿਹਾ ਸਾਂ, ਤਾਂ ਉਸ ਜਗ੍ਹਾ ਦੇ ਵਿੱਚ ਮੈਨੂੰ ਕੁਝ ਅਜਿਹੇ ਪਰਿਵਾਰ ਅਤੇ ਅਜਿਹੇ ਲੋਕ ਮਿਲੇ ਜਿਨ੍ਹਾਂ ਨੇ ਦਸਵੰਧ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ, ਅਤੇ ਕੁਝ ਨੇ ਇਸ ਤਰ੍ਹਾਂ ਗੱਲ ਕੀਤੀ ਕਿ ਅਸੀਂ ਹੁਣ ਨਵੇਂ ਨੇਮ ਦੇ ਵਿੱਚ ਆ ਚੁੱਕੇ ਹਾਂ, ਹੁਣ ਸਾਨੂੰ ਇਸ ਗੱਲ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਆਪਣੀ ਆਮਦਨ ਦਾ 10% ਦਸਵੰਧ ਦੇਣਾ ਬਹੁਤ ਸਾਰੇ ਕਲੀਸਿਆਵਾਂ ਦੇ ਵਿੱਚ ਇਹਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਹੈ, ਔਰ ਕਈ ਕਲੀਸਿਆਂ ਦੇ ਵਿੱਚ ਮੈਂ ਲਗਾਤਾਰ ਉਹਨਾਂ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਹੀ ਸੁਣਦਾ ਆ ਰਿਹਾ ਕਿ ਸਾਨੂੰ ਦਸਵੰਧ ਦੇਣਾ ਚਾਹੀਦਾ, ਦਸਵੰਧ ਦੇਣਾ ਚਾਹੀਦਾ, ਦਸਵੰਧ ਦੇਣਾ ਚਾਹੀਦਾ। ਮੈਂ ਇਸ ਦੇ ਖਿਲਾਫ ਨਹੀਂ ਹਾਂ, ਪਰ ਇਸ ਦਾ ਅਰਥ ਕੀ ਹੈ, ਇਸ ਦਾ ਮੀਨਿੰਗ ਕੀ ਹੈ, ਸਾਨੂੰ ਸਮਝਣਾ ਜ਼ਰੂਰੀ ਹੈ। ਪਰਮੇਸ਼ਰ ਕੀ ਕਹਿੰਦਾ ਹੈ, ਪਰਮੇਸ਼ਰ ਇਸ ਦੇ ਬਾਰੇ ਕੀ ਦੱਸ ਰਿਹਾ ਹੈ, ਪਰਮੇਸ਼ਰ ਦਾ ਇਸ ਵਚਨ ਦੇ ਪ੍ਰਤੀ ਕੀ ਤਤਪਰ ਹੈ, ਇਹ ਪਤਾ ਹੋਣਾ। ਕਈ ਲੋਕ ਉਤਪਤੀ ਪੁਸਤਕ 28 ਅਧਿਆਏ ਦੀ ਆਖਰੀ ਆਇਤ ਨੂੰ ਲੈਂਦੇ ਆ, ਕਈ ਲੋਕ ਮਲਾਕੀ 3 ਦਾ 10 ਲੈਂਦੇ ਆ, ਕਈ ਲੋਕ ਆਫਰਿੰਗ ਦੇ ਸ਼ਬਦ ਲੈਂਦੇ ਆ, ਪਰ ਉਹਨਾਂ ਦਾ ਮੀਨਿੰਗ ਕੀ ਹੈ, ਉਹਨਾਂ ਦਾ ਅਰਥ ਕੀ ਹੈ, ਉਹਨੂੰ ਸਮਝਣਾ ਜ਼ਰੂਰੀ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝਾਂਗੇ, ਅਸੀਂ ਦੇਣ ਦੇ ਮਹੱਤਵ ਨੂੰ ਕਦੇ ਵੀ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਖੁਸ਼ੀ ਨੂੰ ਸਮਝ ਨਹੀਂ ਪਾਵਾਂਗੇ। ਦਸਵੰਧ ਦੇਣ ਦੀ ਜ਼ਰੂਰਤ ਨਹੀਂ ਹੈ, ਇਹ ਕਈ ਕਲੀਸਿਆਵਾਂ ਦੇ ਵਿੱਚ ਸਿਖਾਇਆ ਜਾਂਦਾ ਹੈ, ਅਤੇ ਉੱਪਰ ਦੱਸੀ ਆਇਤ ਇਸ ਮਾਮਲੇ ਦਾ ਹੱਲ ਦੱਸਦੀ ਹੈ। ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ, ਇਸ ਦਾ ਹੱਲ ਕਰਦੀ ਹੈ। ਮੈਂ ਆਪ ਨੂੰ ਫਿਰ ਦੁਬਾਰਾ ਪਹਿਲੀ ਲਾਈਨ ਨੂੰ ਪੜ੍ਹ ਰਿਹਾ ਹਾਂ, ਜੋ ਪੌਲੁਸ ਰਸੂਲ 12 ਦੇ 1 ਦੇ ਵਿੱਚ ਯੂਜ਼ ਕਰਦਾ ਹੈ।
उसका इस्तेमाल करता है। की कहता है, हे प्रभु मैं परमेश्वर दियां रहमतां, की कह रहे, परमेश्वर दियां रहमतां दी खातर तुहाडे अगे बेनती करदा। ਇਹਦਾ मतलब परमेश्वर दा आत्मा पौलुस रसूल दे राही इस शब्द नूं साडे अगे बेनती करके कह रहा है। की कह रहा है कि तुसी अपनियां देहियां नूं जिउंदा अते पवित्र अते परमेश्वर नूं भाउंदा बलिदान करके चढ़ाओ। इंग्लिश दे विच लिखिया गिव ऑफरिंग। ये गल मैनू अते आप नूं समझनी पैगी। जे असी ये चीज़ नहीं समझे तां साडे जीवन दे विच जो परमेश्वर दी खुशी है देण दे विच, जो परमेश्वर दी स्वै इच्छा है साडे जीवन दे विच चाहुंदा है, वो असी नहीं कर रहे। असी उस तो कोसां दूर है। पर मैं इस दे विच एक खास गल इस आयत दे विच वेखदा कि परमेश्वर चाहुंदा है कि असी अपनियां दहियां नूं एक जिउंदा बलिदान करके उस नूं चढ़ाईए, उस नूं दईए। की असी ये दे रहे, की असी ये सिखा रहे? कलीसियावां दे विच अज दे दौर दे विच दहियां दा देना उन्हां नूं पता ही नहीं है की। उन्हां नूं तां इन्ना पता है कि असी अपनी आमदन दे विचों 10वां हिस्सा देना है। ते परमेश्वर मंग किस चीज़ की कर रहे, ये नहीं सानू पता है। मैं आपनूं एक चीज़ दस देवां, ये सारी सृष्टि परमेश्वर ने साजी है, परमेश्वर की बनाई हुई है, अते परमेश्वर ने बना के आदम नूं सौंपी है। और आदम नूं कहा कि ये सब तेरे लिए है, इस दे उत्ते अख्तियार रख और इस दे विच वधो फलो। ते असी कर की रहे हैं? उल्टा असी जो परमेश्वर चाहुंदा है वो ना चाहुंदे होए असी भौतिक अते इस पैसे दे वल भज पे। मैं नहीं कहता कि पैसे की जरूरत नहीं है, हर एक नूं जरूरत है, पर पैसा मेरे जीवन दे विच पहला स्थान नहीं है, पहला हिस्सा नहीं है। पहला हिस्सा की है? पहला देना की है? पहला असी परमेश्वर दे अगे रखना की है? परमेश्वर ये मेरे ते आप तो चाहता है कि असी इस गल नूं सीखीए और इस गल दे नाल असी अपने परमेश्वर नूं प्रसन्न कर सकीए, खुश कर सकीए। मैं आपनूं दसना चाहुंदा हां, जदों आप दा पुत्तर आप दे कोल आप दे अगे स्वेच्छा दे नाल आप नूं दिंदा है, आप दे अगे अर्पित करदा है और आप दा आदर सत्कार करदा है, आप किन्ने खुश होंदे हो? मेरा पुत्तर। ते इहो गल सोच के परमेश्वर वाल भी देखो, तो परमेश्वर कितना खुश होएगा इस स्वेच्छा दे नाल दिते हुए। अब देना की है? बाणी दे विच लिखिया है, परमेश्वर कहंदा है सारी धरती मेरी उपजाई हुई है, सब कुछ मेरा रचिया हुआ है। अब मनुख तेरा की है, तू मैनू की दे सकदा? तेरे दिते हुए किसी चीज तो मैं प्रसन्न नहीं हो सकता। अगर असी यशाया दी पुस्तक नूं पढ़िए, बड़ा डर लगता उसनूं पढ़ के मैं आपनूं दसदा यशाया की आखदा इस गल दे उत्ते। जदों यशाया दी पुस्तक ओहदा असी एक अध्याय पढ़िए तां ओहदे विच साडियां रूहां कंब जांदियां। की लिखिया परमेश्वर की कहता है? कहता जदों तुसी 1:12 तो पढ़ रहे हैं, लिखिया जदों तुसी मेरे सन्मुख हाज़र हुंदे हो तां तुहाडी वल्लों किसने चाया कि तुसी मेरे बेड़ियां विच नूं मिधो, अगे नूं व्यर्थ चढ़ावे ना लियाओ। धूप ओ मेरे लिए घनौनी है, अमस्या ते सवत संगतां दा जोड़ मेला भी मैं बदी अते धर्म सभा
ਝੱਲ ਨਹੀਂ ਸਕਦਾ। ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਮਿੱਧੇ ਹੋਏ ਭਰਮਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ। ਇਹਦਾ ਮਤਲਬ ਜੋ ਅਸੀਂ ਦੇ ਰਹੇ ਹਾਂ, ਪਰਮੇਸ਼ਰ ਕਹਿੰਦਾ ਸੂਗ ਆਉਂਦੀ ਹੈ ਮੈਨੂੰ। ਯਹੂਦੀ, ਯਾਜਕ ਅਤੇ ਵਿਸ਼ਵਾਸੀ, ਉਹਨਾਂ ਸਭਨਾਂ ਨੂੰ ਯਸ਼ਾਇਆ ਦੇ ਰਾਹੀਂ ਇਹ ਮੈਸੇਜ ਉਹਨਾਂ ਨੂੰ ਦਿੱਤਾ ਜਾ ਰਿਹਾ। ਕਹਿੰਦਾ ਮੈਨੂੰ ਸੂਗ ਆਉਂਦੀ ਹੈ ਤੁਹਾਡੇ ਤੋਂ, ਸੜਿਆਉਂ ਆਉਂਦੀ ਹੈ। ਉਹ ਮੇਰੇ ਲਈ ਖੇਚਲ ਹਨ, ਚੁੱਕਦੇ ਚੁੱਕਦੇ ਮੈਂ ਥੱਕ ਗਿਆ। ਹਿੰਦੀ ਦੀ ਬਾਈਬਲ 'ਚ ਲਿਖਿਆ ਮੈਂ ਅੱਕ ਗਿਆ, ਉਹ ਥਕਾ ਗਿਆ ਤੁਹਾਡੀਆਂ ਇਹਨਾਂ ਭੇਂਟਾਂ ਤੋਂ। ਕੀ ਇਹ ਮਨ ਦੀ ਇੱਛਾ ਦੇ ਨਾਲ ਹੈ? ਕੀ ਇਹ ਸਵੈਛਾ ਦੇ ਨਾਲ ਹੈ? ਕੀ ਇਹ ਖੁਸ਼ੀ ਦੇ ਨਾਲ ਹੈ? ਤੁਸੀਂ ਉਹਨਾਂ ਦੇ ਗਲੇ 'ਚ ਗੂਠਾ ਰੱਖ ਕੇ ਉਹਨਾਂ ਕੋਲੋਂ ਲੈਂਦੇ ਹੋ। ਕਹਿੰਦਾ ਮੈਂ ਖੁਸ਼ ਨਹੀਂ ਇਸ ਚੀਜ਼ ਤੋਂ। ਇਹ ਉਹ ਬਲੀਦਾਨ ਨਹੀਂ। ਫਿਰ ਅੱਗੇ ਕਹਿੰਦਾ ਹੈ, ਜਦ ਤੁਸੀਂ ਆਪਣੇ ਹੱਥ ਅੱਡਦੇ ਹੋ ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ। ਅੱਖ ਮੀਚ ਲਵਾਂ। ਕਿੰਨਾ ਵੱਡਾ ਪਰਮੇਸ਼ਵਰ ਨੇ ਇਸ ਜਗ੍ਹਾ ਦੇ ਉੱਤੇ ਇਸਰਾਈਲੀਆਂ ਦੇ ਨਾਲ ਕਾਰਜ ਕੀਤਾ। ਕਹਿੰਦਾ ਮੈਂ ਅੱਖ ਮੀਚ ਲਵਾਂ। ਅਸੀਂ ਆਪਣੀਆਂ ਕਲੀਸਿਆਵਾਂ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਕੀ ਕਰ ਰਹੇ? ਗੂਠਾ ਦੇ ਰਹੇ ਉਹਨਾਂ ਨੂੰ? ਨਹੀਂ ਮੇਰੇ ਭਾਈ, ਇਹ ਕੰਮ ਨਹੀਂ ਕਰਨਾ ਹੈ। ਪਰਮੇਸ਼ਰ ਇਹ ਨਹੀਂ ਚਾਹੁੰਦਾ ਹੈ। ਕਹਿੰਦਾ ਜਦ ਅਸੀਂ ਆਪਣਾ ਆਪ ਪਰਮੇਸ਼ਰ ਨੂੰ ਚੜਾਉਂਦੇ ਹਾਂ ਤਦ ਕੀ ਉਸ ਨੂੰ ਇਹ ਭਾਉਂਦਾ ਹੈ? ਇਹ ਸੋਚੋ ਜਾਣੋ ਕਿ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ ਜੋ ਮੈਂ ਦੇ ਰਿਹਾ, ਜੋ ਉਹਨੂੰ ਆਪਣਾ ਮਿਲ ਰਿਹਾ। ਆਪਣੇ ਆਪ ਦੇ ਵਿੱਚ ਜਾਂਚੋ। ਜੇ ਅਸੀਂ ਇਹ ਨਹੀਂ ਜਾਂਚਦੇ ਹਾਂ ਤਾਂ ਅਸੀਂ ਗਲਤ ਹਾਂ। ਇਸ ਤੋਂ ਇਲਾਵਾ ਉਹ ਚਾਹੁੰਦਾ ਹੈ ਕਿ ਸਾਡਾ ਆਪਣੇ ਆਪ ਦਾ ਦੇਣਾ ਫਰਜ਼ ਵਜੋਂ ਨਾ ਹੋਵੇ। ਕਿਵੇਂ? ਇੱਕ ਉਦਾਹਰਣ ਮੈਂ ਆਪ ਨੂੰ ਦਿੰਦਾ ਹਾਂ। ਤੁਹਾਡਾ ਬੱਚਾ ਹੈ, ਤੁਸੀਂ ਉਹਨੂੰ ਕਹਿੰਦੇ ਹੋ ਤੂੰ ਰੋਜ਼ ਜਦ ਤੱਕ ਮੈਨੂੰ ਇਹ ਨਹੀਂ ਕਹਿੰਦਾ ਕਿ ਮੈਂ ਡੈਡੀ ਤੁਹਾਡੇ ਨਾਲ ਪਿਆਰ ਕਰਦਾ, ਮੈਂ ਤੈਨੂੰ ਸਵੀਕਾਰ ਨਹੀਂ ਕਰਾਂਗਾ, ਮੈਂ ਤੈਨੂੰ ਸਜ਼ਾ ਦੇਵਾਂਗਾ। ਉਹ ਰੋਜ਼ ਆ ਕੇ ਤੁਹਾਨੂੰ ਉਸ ਡਰ ਦੇ ਨਾਲ ਕੀ ਕਹਿੰਦਾ ਹੈ, ਮੈਂ ਤੁਹਾਨੂੰ ਪਿਆਰ ਕਰਦਾ। ਬਹੁਤੇ ਕਲੀਸਿਆਵਾਂ ਦੇ ਵਿੱਚ ਇਹੋ ਹਾਲ ਹੈ। ਜੇ ਤੁਸੀਂ ਨਹੀਂ ਦਿੰਦੇ ਹੋ, ਤੁਹਾਡੇ ਉੱਤੇ ਸ਼ਰਾਪ ਪਾਊਗਾ, ਤੁਹਾਡੇ ਉੱਤੇ ਆ ਚੀਜ਼ ਆਊਗੀ। ਕੀ ਮਤਲਬ ਹੈ ਇਸ ਗੱਲ ਦਾ? ਕੀ ਅਰਥ ਹੈ ਇਸ ਚੀਜ਼ ਦਾ? ਪਰਮੇਸ਼ਰ ਨੇ ਸਾਨੂੰ ਇਸ ਗੱਲ ਦੇ ਲਈ ਰਚਿਆ ਹੈ, ਇਸ ਗੱਲ ਦੇ ਲਈ ਰੱਖਿਆ ਹੈ। ਨਹੀਂ ਮੇਰੇ ਭਾਈ ਭੈਣ, ਇਸ ਗੱਲ ਦੇ ਲਈ ਨਹੀਂ ਰੱਖਿਆ ਹੈ। ਪਰਮੇਸ਼ਰ ਸਾਡੇ ਦਾਨਾਂ ਦੇ ਨਾਲ ਖੁਸ਼ ਨਹੀਂ ਹੁੰਦਾ ਹੈ। ਪਰਮੇਸ਼ਰ ਸਾਡੇ ਦੇਣ ਦੇ ਨਾਲ ਖੁਸ਼ ਨਹੀਂ ਹੁੰਦਾ ਹੈ। ਪਰਮੇਸ਼ਰ ਕਿਸ ਗੱਲ ਤੋਂ ਖੁਸ਼ ਹੁੰਦਾ ਹੈ? ਜਿਹੜਾ ਅਸੀਂ ਕਿਸੇ ਦੇ ਦਬਾਅ ਦੇ ਵਿੱਚ ਨਹੀਂ, ਆਪਣੀ ਸਵੈ ਇੱਛਾ ਤੇ ਖੁਸ਼ੀ ਦੇ ਨਾਲ ਪਰਮੇਸ਼ਰ ਨੂੰ ਅਰਪਿਤ ਕਰਦੇ ਹਾਂ। ਹਾਂ, ਇਹ ਬਲੀਦਾਨ ਮੇਰੇ ਪਰਮੇਸ਼ਰ ਨੂੰ ਚੰਗਾ ਲੱਗਦਾ। ਪਰਮੇਸ਼ਰ ਨੂੰ ਚੰਗਾ ਕੀ ਲੱਗਦਾ? ਅਸੀਂ ਆਪਣੀ ਪਵਿੱਤਰ, ਇੱਥੇ ਪਹਿਲੀ ਗੱਲ ਕੀ ਲਿਖੀ ਹੈ? ਕਹਿੰਦਾ ਆਪਣੀਆਂ ਦਈਆਂ ਨੂੰ ਜਿਉਂਦਾ। ਹੁਣ ਸਵਾਲ ਇਹ ਹੈ ਕਿ ਅਸੀਂ ਜਿਉਂਦੇ ਕਿੱਦਾਂ ਹੈ? ਜਿਉਂਦਾ ਅਤੇ ਪਵਿੱਤਰ ਲਿਖਿਆ, ਜਿਉਂਦਾ ਅਤੇ ਪਵਿੱਤਰ। ਇਹ ਬੜੀ ਮੋਸਟ ਇੰਪੋਰਟੈਂਟ ਗੱਲ ਹੈ। ਜਿਉਂਦਾ ਮਤਲਬ ਮੇਰੇ ਵਿੱਚ ਯਿਸੂ ਜ਼ਿੰਦਾ ਹੈ ਜਾਂ ਨਹੀਂ। ਮੈਂ ਉਸ ਯਿਸੂ ਨੂੰ, ਜਿਸ ਯਿਸੂ ਨੇ ਮੇਰੇ ਪਾਪਾਂ ਦੇ ਬਦਲੇ ਕਲਵਰੀ ਕਰੂਸ ਦੇ ਉੱਤੇ ਜਾਨ ਦਿੱਤੀ ਹੈ, ਕਿ ਮੈਂ ਉਸ ਵਿੱਚ ਜਿਉਂਦਾ ਹਾਂ ਜਾਂ ਨਹੀਂ। ਜਿਉਂਦਾ ਮਤਲਬ ਆਪਣੇ ਆਪ ਨੂੰ ਉਹਦੇ ਵਿੱਚ ਪਵਿੱਤਰ ਰੱਖਦਾ ਹਾਂ ਜਾਂ ਨਹੀਂ। ਕਿਉਂਕਿ ਪਰਮੇਸ਼ਵਰ ਦੀ ਅੱਖ ਮੈਨੂੰ ਨਿਤ ਤਰਾਸ਼ਦੀ ਹੈ ਕਿ ਮੈਂ ਪਵਿੱਤਰ ਹਾਂ ਜਾਂ ਨਹੀਂ। ਇੱਥੇ ਤਾਂ ਮੈਂ ਸਭ ਦੇ ਸਾਹਮਣੇ ਕਹਿੰਦਾ ਮੈਂ ਹੋਲੀਆਂ ਬੜਾ ਪਵਿੱਤਰ ਹਾਂ, ਲੇਕਿਨ ਉਹਦੀ ਕਾਪੀ ਦੇ ਵਿੱਚ ਲਿਖਿਆ ਜਾ ਰਿਹਾ ਮੈਂ ਕਿੱਦਾਂ। ਉੱਥੇ ਕੁਛ ਨਹੀਂ ਛਪਣਾ। ਉਸ ਨੇ ਮੂਸਾ ਦਾ ਵੀ ਬੰਦ ਕਮਰਾ ਖੋਲ ਦਿੱਤਾ ਸੀ, ਅਬਰਾਹਮ ਦਾ ਵੀ ਬੰਦ ਕਮਰਾ ਖੋਲ ਦਿੱਤਾ ਸੀ, ਨੂਹਾ ਦਾ ਵੀ ਬੰਦ ਕਮਰਾ ਖੋਲ ਦਿੱਤਾ ਸੀ, ਦਾਊਦ ਦਾ ਵੀ ਬੰਦ ਕਮਰਾ ਖੋਲ। ਪਰਮੇਸ਼ਰ ਦੀ ਨਜ਼ਰ ਦੇ ਵਿੱਚ ਕੋਈ ਵੀ ਭਗਤ ਸਿੱਧ ਨਹੀਂ ਹੋ ਸਕਿਆ। ਯਾਦ ਰੱਖਣਾ ਮੇਰੀ ਗੱਲ ਨੂੰ। ਉਹ ਪਵਿੱਤਰ ਪਰਮੇਸ਼ਰ ਹੈ।
वो सर्वज्ञानी सर्वभौमिक परमेश्वर है, सर्वज्ञ परमेश्वर है, सब जगह दे उत्ते है, कुछ भी छुपा। इसे करके तो दाऊद कहता परमेश्वर मैं तेतों भज के किथे जावां, जिथे भी जावां उत्थे तू मौजूद है। ते वो परमेश्वर जिथे मौजूद है मैं उस दे कोल पवित्र दे लैके आनी है, जिउंदी दे लैके आनी है। ਇਹਦਾ मतलब हुण परमेश्वर पौलुस कहता मैं जिंदा नहीं, मेरे विच मसीह जिंदा है। ਇਹਦਾ मतलब मेरे विच परमेश्वर दा प्रेम, मेरे विच परमेश्वर दी सच्चाई, मेरे विच परमेश्वर दा आनंद, ਜਿਹੜਾ ਉਹਨੇ ਕਾਲਵਰੀ ਕਰੂਸ ਦੇ ਉੱਤੇ ਆਪਣੇ ਪੁੱਤਰ ਦੇ ਨਾਲ ਮੈਨੂੰ ਮੁਫਤ ਵਿੱਚ ਦਿੱਤਾ ਹੈ, ਉਹਦੇ ਨਾਲ ਜਦੋਂ ਅਸੀਂ ਉਹਦੀ ਭਗਤੀ ਕਰਦੇ ਹਾਂ, परमेश्वर तू सचमुच आदर दे योग है, तू वडियाई दे योग है, तू महिमा दे योग है। जे तू मेरे लिए ये कारज ना करता, अज मैं तेरे विच जिउंदा ना हुंदा, अज मैं तेरे विच तेरी जिउंदी भगती ना कर सकदा। परमेश्वर दे उपकारां दा उस नूं धन्नवाद दिओ। वो परमेश्वर नूं पसंद है, वो परमेश्वर नूं चंगा लगदा है ਜਦੋਂ ਅਸੀਂ ਸਵੈਇੱਛਾ ਦੇ ਨਾਲ ਖੁਸ਼ੀ ਦੇ ਨਾਲ ਪਰਮੇਸ਼ਰ ਨੂੰ ਦਿੰਦੇ ਹਾਂ ਤਾਂ ਪਰਮੇਸ਼ਰ ਨੂੰ ਮਨ ਭਾਉਂਦਾ ਹੈ। ਕੀ ਲਿਖਿਆ ਇੱਕ ਹੋਰ ਮੈਂ ਬਚਨ ਆਪ ਦੇ ਲਈ ਪੜ੍ਹਦਾ ਹਾਂ, ਇਬਰਾਨੀਆਂ ਦੀ ਪੁਸਤਕ ਉਸ ਦਾ 13 ਅਧਿਆਇ ਉਸ ਦੀ 15 ਆਇਤ ਦੇ ਵਿੱਚ ਉਸ ਆਫਰਿੰਗ ਦੇ ਬਾਰੇ ਬੜੇ ਸਾਫ਼ ਤਰੀਕੇ ਨਾਲ ਪੌਲਸ ਰਸੂਲ ਗੱਲ ਕਰਦਾ ਹੈ। ਕੀ ਹੈ ਖਰਿਆ ਇੱਥੇ ਬੜਾ ਸੁੰਦਰ ਵਚਨ ਹੈ और ਉਹਦੇ ਵਿੱਚ ਲਿਖਦਾ ਹੈ 15 ਦੇ ਵਿੱਚ, ਕਹਿੰਦਾ ਸੋ ਅਸੀਂ ਉਹਦੇ ਦੁਆਰਾ, ਕਿਹਦੇ ਦੁਆਰਾ? ਯਿਸੂ ਮਸੀਹ ਦੇ ਦੁਆਰਾ ਜਿਹੜਾ ਜ਼ਿੰਦਾ ਹੈ, ਮੇਰੇ ਵਿੱਚ ਜ਼ਿੰਦਾ ਹੈ, ਮੇਰਾ ਯਿਸੂ ਮੇਰੇ ਵਿੱਚ ਜ਼ਿੰਦਾ ਹੈ। ਜੇ ਇਹ ਜ਼ਿੰਦਾ ਹੈ, ਕਹਿੰਦਾ ਉਹਦੇ ਦੁਆਰਾ ਉਸਤਤ ਦਾ ਬਲੀਦਾਨ, ਉਸਤਤ ਦਾ ਬਲੀਦਾਨ, ਭਾਵ ਵਡਿਆਈ ਦਾ ਬਲੀਦਾਨ, ਪ੍ਰਸੰਨਤਾ ਦਾ ਬਲੀਦਾਨ, ਆਨੰਦ ਦਾ ਬਲੀਦਾਨ ਜਿਹੜਾ ਉਸਨੇ ਆਪਣੇ ਪੁੱਤਰ ਦੇ ਰਾਹੀਂ ਮੈਨੂੰ ਮੁਫਤ ਵਿੱਚ ਦਿੱਤਾ ਹੈ। ਕਹਿੰਦਾ ਅਰਥਾਤ ਉਹਨਾਂ ਬੁੱਲਾਂ ਦਾ ਫਲ, ਇਹ ਬੁੱਲਾਂ ਦੇ ਰਾਹੀਂ ਬੋਲ ਕੇ ਬੁੱਲਾਂ ਦਾ ਫਲ ਜਿਹੜੇ ਉਸ ਦੇ ਨਾਮ ਨੂੰ ਮੰਨ ਲੈਂਦੇ, ਕਿਸ ਦੇ ਨਾਮ? ਯਿਸੂ ਮਸੀਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ। ਇਹ ਚੀਜ਼ ਦਵੋ, ਇਹ ਚੀਜ਼ ਅਸੀਂ ਸਿਖਾ ਨਹੀਂ ਰਹੇ। ਅਸੀਂ ਦਸਵੰਦੇ ਆ ਕਿਸੇ ਹੋਰ ਚੀਜ਼ ਦੇ ਉੱਤੇ ਬਹੁਤ ਜ਼ੋਰ ਨਾਲ ਜੋਸ਼ ਨਾਲ ਬੋਲਦੇ ਆ ਦੋ, ਲੇਕਿਨ ਇਹ ਬਲੀਦਾਨ ਕਿੱਥੇ ਦੇ ਰਹੇ? ਮੈਂ ਅਕਸਰ ਕਲੀਸਿਆ ਦੇ ਵਿੱਚ ਸਿਖਾਉਣਾ ਹੁੰਦਾ ਆ ਪਰਮੇਸ਼ਵਰ ਨੂੰ ਉਸ ਦਾ, ਜੇ ਤੁਸੀਂ ਦਸਵੰਧ ਦੇਣ ਦੀ ਗੱਲ ਕਰਦੇ ਆ ਵਚਨ ਦੇ ਅਨੁਸਾਰ ਪੁਰਾਣੇ ਨਿਯਮ ਦੇ ਵਿੱਚ ਸਾਨੂੰ ਕੁਝ ਨਿਰਦੇਸ਼ ਦਿੱਤੇ ਗਏ ਕਿ ਅਸੀਂ 10% ਦਿੰਦੇ ਹਾਂ ਇੱਕ ਯਹੂਦੀ ਦੇ ਬਰਾਬਰ। ਇਹਦਾ ਮਤਲਬ 10% ਕਿਹਨੂੰ ਦੇਣ ਨੂੰ ਕਿਹਾ ਸੀ? ਯਹੂਦੀਆਂ ਨੂੰ। ਫਿਰ ਤੁਸੀਂ ਯਹੂਦੀ ਹੋ ਜੇ ਦੇ ਰਹੇ ਹੋ, ਜੇ ਉਹ ਤੋਂ ਘੱਟ ਦੇ ਰਹੇ ਹੋ ਜਾਂ ਉਹ ਤੋਂ ਕੁਝ ਕਰ ਰਹੇ ਤਾਂ ਅਸੀਂ ਪਰਮੇਸ਼ਰ ਨੂੰ ਠੱਗ ਰਹੇ ਹੋ। ਇਸੇ ਕਰਕੇ ਤਾਂ ਪ੍ਰਭੂ ਯਿਸੂ ਮਸੀਹ ਨੇ 23 ਅਧਿਆਏ ਦੇ ਵਿੱਚ ਕਿਹਾ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਠੱਗਦੇ ਹੋ, ਲੁੱਟਦੇ ਹੋ, ਕਾਣੀਆਂ ਲੰਗੜੀਆਂ ਭੇਟਾਂ ਤੁਸੀਂ ਉਹਨੂੰ ਆਫਰਿੰਗ ਕਰਦੇ ਹੋ, ਉਹਨੂੰ ਚੜਾਉਂਦੇ ਹੋ। ਪੁਰਾਣੇ ਨਿਯਮ ਦੇ ਵਿੱਚ ਸੀ ਇਹ। ਤੇ ਹੁਣ ਅਸੀਂ ਮੇਰੇ ਭਾਈ ਅਤੇ ਭੈਣ ਨਵੇਂ ਯੁੱਗ ਦੇ ਵਿੱਚ ਹੁਣ ਯਿਸੂ ਮਸੀਹ ਨੇ ਕਾਲਵਰੀ ਕਰੂਸ ਦੇ ਉੱਤੇ ਕਿਹਾ ਤੁਹਾਡੇ ਲਈ ਪੂਰਾ ਹੋਇਆ। ਆਫਰਿੰਗ ਉਹਨੇ ਹੁਣ ਕਾਲਵਰੀ ਕਰੂਸ ਦੇ ਉੱਤੇ ਮੇਰੇ ਲਈ ਚੜਾ ਦਿੱਤੀ ਹੈ। ਜਦੋਂ ਅਸੀਂ 10 ਅਧਿਆਏ ਦੀ 19 ਅਤੇ 10 ਅਧਿਆਏ ਦੀ 19 ਤੋਂ 22 ਆਇਤ ਤੱਕ ਪੜ੍ਹਦੇ ਹਾਂ, ਉਹ ਚੜਾ ਦਿੱਤਾ ਹੈ। ਹੁਣ ਮੈਨੂੰ ਉਹ ਕਰਨ ਦੀ ਲੋੜ ਨਹੀਂ। ਹੁਣ ਪਰਮੇਸ਼ਵਰ ਨੂੰ ਯਿਸੂ ਮਸੀਹ ਦੇ ਵਿੱਚ ਜਿਉਂਦੀ ਦੇ ਪਵਿੱਤਰ ਦੇ ਪਰਮੇਸ਼ਵਰ ਨੂੰ ਅਰਪਿਤ ਕਰਨ ਦੀ ਲੋੜ ਹੈ, ਧੰਨਵਾਦ ਅਤੇ ਉਸਤਤ ਦੇ ਫੁੱਲਾਂ ਦੇ ਨਾਲ, ਜਿਹੜੀ ਪਰਮੇਸ਼ਵਰ ਦੇ ਨਥਨਾਂ ਦੇ ਵਿੱਚ ਸੁਗੰਧ ਦੇ ਮਾਣੇ ਉਹਨੂੰ ਪ੍ਰਵਾਨ ਹੁੰਦੀ ਹੈ। ਇਹ ਪਰਮੇਸ਼ਵਰ ਨੂੰ ਦੇਣਾ ਹੈ, ਇਹ ਪਰਮੇਸ਼ਵਰ ਨੂੰ ਚੜਾਉਣਾ ਹੈ। ਅਸੀਂ ਕਰ ਸਕਦੇ ਹਾਂ ਉਹਨਾਂ ਵਜੋਂ ਜੋ ਕਿਰਪਾ ਦੇ ਹੇਠ ਸਾਨੂੰ ਉਸ ਨੂੰ ਆਪਣਾ ਸਭ ਦੇਣ ਲਈ ਉਤਸ਼ਾਹਿਤ ਕੀਤਾ ਗਿਆ, ਉਹ ਹੈ ਯਿਸੂ ਮਸੀਹ ਦੇ ਰਾਹੀਂ। ਮਕਦੋਨੀਆ ਦੀ ਕਲੀਸਿਆ ਨੇ ਕੀ ਕੀਤਾ? ਸਭ ਤੋਂ ਪਹਿਲਾਂ
ਉਹਨਾਂ ਆਪਣੇ ਆਪ ਨੂੰ ਪ੍ਰਭੂ ਨੂੰ ਦਿੱਤਾ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਹਨਾਂ ਨੇ ਪ੍ਰਭੂ ਨੂੰ ਦਿੱਤਾ, ਫਿਰ ਉਸ ਤੋਂ ਬਾਅਦ ਦੂਸਰੀਆਂ ਥਾਵਾਂ ਦੇ ਵਿੱਚ ਜਿਹੜੇ ਜ਼ਰੂਰਤਮੰਦ ਸੀ, ਜਿਨ੍ਹਾਂ ਨੂੰ ਜ਼ਰੂਰਤ ਸੀ, ਉਹਨਾਂ ਸੰਤਾਂ ਨੂੰ, ਉਹਨਾਂ ਪਵਿੱਤਰ ਲੋਕਾਂ ਨੂੰ, ਉਹਨਾਂ ਵਿਸ਼ਵਾਸੀਆਂ ਨੂੰ ਉਹਨਾਂ ਨੇ ਕੁਰਬਾਨੀ ਵਜੋਂ ਦਿੱਤਾ। ਕੁਰਬਾਨੀ ਮਤਲਬ ਆਪਣੇ ਜੋ ਕਮਾਉਂਦੇ ਸੀ ਉਸ ਕਮਾਈ ਦੇ ਵਿੱਚੋਂ ਜੋ ਉਹਨਾਂ ਦਾ ਹਿੱਸਾ ਬਚਦਾ ਸੀ, ਦਸਵੰਧ ਨਹੀਂ, ਜੋ ਹਿੱਸਾ ਬਚਦਾ ਸੀ ਉਹਨਾਂ ਨੂੰ ਦੇ ਦਿੰਦੇ ਸੀ, ਜ਼ਰੂਰਤ ਅਨੁਸਾਰ ਦੇ ਦਿੰਦੇ ਸੀ। ਇਹ ਗੱਲ ਨੂੰ ਅਸੀਂ ਪੜ੍ਹ ਸਕਦੇ ਹਾਂ ਦੂਸਰਾ ਗ੍ਰੰਥੀਆਂ 8 ਅਧਿਆਏ ਉਸ ਦੇ 1 ਤੋਂ 5 ਆਇਤਾਂ ਦੇ ਵਿੱਚ। ਇਹ ਉਹ ਲੋਕ ਕਰਦੇ ਸੀ। ਅੱਜ ਅਸੀਂ ਨਵੇਂ ਨੇਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਨੂੰ ਦੇਣਾ ਹੈ। ਉਸ ਤੋਂ ਬਾਅਦ ਜਿਹੜੇ ਜ਼ਰੂਰਤਮੰਦ, ਨੀਡ, ਜਿਨ੍ਹਾਂ ਦੀ ਜ਼ਰੂਰਤ ਹੈ, ਸਾਨੂੰ ਪਤਾ ਲੱਗਦੀ ਹੈ, ਸਾਡਾ ਆਤਮਾ ਕਹਿੰਦਾ ਹੈ, ਉਹਨਾਂ ਨੂੰ ਦੇਣਾ ਹੈ। ਇਹ ਜ਼ਰੂਰੀ ਹੈ। ਜੇ ਕੰਮ ਤੁਸੀਂ ਨਹੀਂ ਕਰ ਰਹੇ ਤਾਂ ਬਾਣੀ ਦੱਸਦੀ ਹੈ ਅਸੀਂ ਪਰਮੇਸ਼ਰ ਨੂੰ ਦੇਣ ਦੇ ਵਿੱਚ ਨਿਕੰਮੇ ਹਾਂ, ਕਿਉਂਕਿ ਪਰਮੇਸ਼ਰ ਨੇ ਆਪਣਾ ਪੁੱਤਰ ਦਿੱਤਾ, ਅਸੀਂ ਉਹਨੂੰ ਕੀ ਦੇ ਰਹੇ ਹਾਂ? ਉਹਦੇ ਪੁੱਤਰ ਦਾ ਅਹਿਸਾਨ, ਉਪਕਾਰ ਵੀ ਅਸੀਂ ਉਹਨੂੰ ਨਹੀਂ ਦੇ ਰਹੇ। ਜ਼ਬੂਰ ਲਿਖਣ ਵਾਲਾ 103 ਦਾ ਜਦੋਂ ਅਸੀਂ 1 ਅਤੇ 2 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕਹਿੰਦਾ, ਹੇ ਮੇਰੀ ਜਾਨ ਉਸ ਦੇ ਉਪਕਾਰਾਂ ਨੂੰ, ਉਸ ਦੇ ਅਹਿਸਾਨਾਂ ਨੂੰ ਨਾ ਵਿਸਾਰ। ਇਹਦਾ ਮਤਲਬ ਉਹਦਾ ਧੰਨਵਾਦ ਕਰ। ਉਹ ਕਰਨ ਦੇ ਲਈ ਪਰਮੇਸ਼ਰ ਇਹ ਉਹ ਤਰੀਕਾ ਹੈ ਜਿੱਦਾਂ ਅਸੀਂ ਦੇਣਾ ਹੈ। ਪਹਿਲਾਂ ਆਪਣੇ ਆਪ, ਫਿਰ ਲੋੜ ਅਤੇ ਸਾਧਨਾਂ ਦੇ ਅਨੁਸਾਰ, ਲੋੜ ਅਤੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਸਾਧਨਾਂ ਦੇ ਅਨੁਸਾਰ ਅਸੀਂ ਉਹਨਾਂ ਨੂੰ ਦੇਣਾ। ਇਹ ਪਰਮੇਸ਼ਰ ਦੀ ਬਾਣੀ ਮੈਨੂੰ ਅਤੇ ਆਪ ਨੂੰ ਸਿਖਾਉਂਦੀ ਹੈ। ਪਹਿਲਾਂ ਆਪਣੇ ਆਪ ਨੂੰ ਦੇਣਾ। ਇਹ ਯਾਦ ਰੱਖੀਏ ਕਿ ਸਭ ਜੋ ਸਾਡੇ ਕੋਲ ਹੈ ਉਹ ਸਭ ਪ੍ਰਭੂ ਦਾ ਹੈ, ਮੇਰਾ ਨਹੀਂ। ਮੈਂ ਮੇਰੀ ਕਰਦਾ ਕਰਦਾ ਇਸ ਜੱਗ ਮੁੱਕ ਜਾਣਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਸਾਰੀ ਸ੍ਰਿਸ਼ਟੀ, ਇਵਨ ਦਨ ਅਸੀਂ, ਸਾਡੇ ਵਿੱਚ ਸਾਰਾ ਪਰਮੇਸ਼ਰ ਦਾ ਹੈ ਤੇ ਅਸੀਂ ਪਰਮੇਸ਼ਰ ਨੂੰ ਕੀ ਦੇ ਸਕਦੇ? ਪਰ ਪਰਮੇਸ਼ਰ ਨੇ ਜੋ ਜ਼ਿੰਮੇਵਾਰੀਆਂ, ਜੋ ਕੰਮ ਮੈਨੂੰ ਅਤੇ ਆਪ ਨੂੰ ਦਿੱਤੇ ਹੈ, ਉਹ ਅਸੀਂ ਉਹਦੇ ਪ੍ਰੇਮ ਦੇ ਵਿੱਚ ਹੋ ਕੇ, ਉਹਦੀ ਸੱਚਾਈ ਦੇ ਵਿੱਚ ਹੋ ਕੇ ਕਰੀਏ, ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜਿਸ ਤੋਂ ਪਰਮੇਸ਼ਰ ਸਵੈ ਇੱਛਾ ਦੇ ਨਾਲ ਜੋ ਉਹਨੂੰ ਅਰਪਿਤ ਕਰਦਾ ਹੈ, ਖੁਸ਼ੀ ਦੇ ਨਾਲ ਜੋ ਉਸ ਨੂੰ ਦਿੰਦਾ ਹੈ, ਉਸ ਤੋਂ ਪਰਮੇਸ਼ਰ ਆਨੰਦ ਹੁੰਦਾ ਹੈ। ਇਸ ਤਰ੍ਹਾਂ ਆਓ ਆਪਾਂ ਸਮਝੀਏ ਕਿ ਦਸਵੰਧ ਅਤੀਤ ਦਾ ਵਿਸ਼ਾ ਸੀ, ਪਿੱਛੇ ਮਤਲਬ ਕਿ ਸ਼ਰ੍ਹਾ ਪੁਰਾਣੇ ਨਿਯਮ ਦੇ ਵਿੱਚ ਵਿਸ਼ਾ ਸੀ, ਪਰ ਹੁਣ ਆਓ ਉਸ ਨੂੰ ਦੇਵੀਏ ਜੋ ਸਹੀ ਹੈ, ਜੋ ਉਸ ਦਾ ਬਣਦਾ ਹੈ। ਜੋ ਉਸ ਦਾ ਬਣਦਾ ਉਹ ਹੈ ਸਵੈ ਇੱਛਾ ਦੇ ਨਾਲ ਖੁਸ਼ੀ ਦੇ ਵਿੱਚ ਉਸ ਨੂੰ ਦੇਣਾ। ਪ੍ਰਭੂ ਇਸ ਤਰ੍ਹਾਂ ਕਰਨ ਦੇ ਵਿੱਚ ਮੇਰੀ ਅਤੇ ਆਪ ਦੀ, ਸਭਨਾਂ ਦੀ ਮਦਦ ਕਰੇ ਤਾਂ ਕਿ ਅਸੀਂ ਪ੍ਰਭੂ ਦੀ ਜਿਉਂਦੀ ਆਸ ਵਿੱਚ, ਉਹਦੇ ਰਾਜ ਵਿੱਚ ਵੱਧਦੇ ਜਾਈਏ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥਾ।